ਔਰ ਸਾਡੀ ਨੀਤੀ ਕਿਸਾਨਾਂ ਦੇ ਖਿਲਾਫ ਨਹੀਂ, ਪਰ ਕਿਸਾਨਾਂ ਨੂੰ ਅੰਦਰ ਹਲੇ ਸਭ ਨੇ ਭੜਕਾਇਆ ਵਾ ਸਾਡੇ ਖਿਲਾਫ। ਹੋ ਜਾਣਗੇ ਠੀਕ। ਭੜਕੇ ਹੋਏ ਤਾਂ ਇੰਨਾ ਟਾਈਮ ਰਹਿੰਦੇ ਨਹੀਂ ਹੁੰਦੇ, ਤਾਂ ਤੁਸੀਂ ਸਮਝਾ ਨਹੀਂ ਪਾ ਰਹੇ, ਫਿਰ ਕਨਵਿੰਸ ਨਹੀਂ ਕਰ ਪਾ ਰਹੇ। ਉਹਨਾਂ ਨੂੰ ਗਲਤਫਹਿਮੀ ਹੋਈ ਵੀ ਹੈ ਵੀ ਸ਼ਾਇਦ ਅਸੀਂ ਮੋਦੀ ਸਾਹਿਬ ਨੂੰ ਅਗਲੀ ਚੋਣ 'ਚ ਆ ਕੇ ਖਤਮ ਕਰ ਦਾਂਗੇ। ਮੋਦੀ ਸਾਹਿਬ ਨੇ ਉਹਨੂੰ ਖਤਮ ਹੋਣ ਦਾ ਪੂਰਾ ਰਾਜ ਚਲਾਊਗਾ ਔਰ ਹਿੰਦੁਸਤਾਨ ਨੂੰ ਇੱਕ ਵਾਰ ਵਿਸ਼ਵ ਗੁਰੂ ਸਿੰਘਾਸਨ ਤੇ ਬਿਠਾਊਗਾ। ਜਿਹੜੇ ਸਾਨੂੰ ਕਹਿੰਦੇ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਨਾ ਮਿਲਣੇ, ਹੁਣ ਤੇ ਅਸੀਂ ਕੈਂਡੀਡੇਟ ਨਹੀਂ ਮੰਗਣ ਜਾਵਾਂਗੇ। ਕੈਂਡੀਡੇਟ ਸਾਡੇ ਕੋਲ ਆਪ ਆਉਣਗੇ। ਜੋਸ਼ੀ ਸੋਚਦਾ ਵੀ ਮੈਂ ਲੀਡਰ ਬਣਨਾ, ਜੋਸ਼ੀ ਸੋਚਦਾ ਮੈਂ ਮੰਤਰੀ ਬਣਨਾ। ਉਹਨੂੰ ਲੱਗਦਾ ਵੀ ਸ਼ਾਇਦ ਬੀਜੇਪੀ ਹੁਣ ਢਹਿੰਦੀਆਂ ਕਲਾਂ 'ਚ। ਬੀਜੇਪੀ ਢਹਿੰਦੀਆਂ ਕਲਾਂ 'ਚ ਨਹੀਂ ਆ। ਨਾ ਅਸੀਂ ਪੋਲਰਾਈਜੇਸ਼ਨ ਕਰਦੇ ਹਾਂ, ਨਾ ਸਾਡੀ ਹਿੰਦੂ ਔਰ ਸਿੱਖ ਨੂੰ ਲੜਾਉਣ ਵਾਲੀ ਰਾਜਨੀਤੀ ਹੈ। ਇੰਨੇ ਸਾਲ ਸਾਨੂੰ ਰਾਜ ਕਰਦੇ ਹੋ ਗਏ, ਕੋਈ ਸਿੱਖ ਇਹ ਨਹੀਂ ਕਹਿ ਸਕਦਾ ਵੀ ਅਸੀਂ ਉਹਨਾਂ ਦੇ ਨਾਲ ਵਿਤਕਰਾ ਕਰਦੇ ਹਾਂ। ਸੀਟਾਂ ਅਸੀਂ ਨਹੀਂ ਲੜਦੇ, ਉਹਦੇ ਵਾਸਤੇ ਸਾਨੂੰ ਸਿੱਖ ਵੀ ਅਪਰੋਚ ਕਰ ਰਹੇ ਵੀ ਸਾਨੂੰ ਟਿਕਟ ਦਿਓ, ਅਸੀਂ ਲੜਾਂਗੇ। ਅਕਾਲੀ ਦਲ ਦੇ ਨਾਲ ਲੱਗਦਾ ਕਿ ਪੁਰਾਣੇ ਵਾਲਾ ਜਿਹੜਾ ਰਿਸ਼ਤਾ ਸੀਗਾ ਦੁਬਾਰਾ ਪਿਆਰ ਜਾਗ ਜੂਗਾ ਔਰ ਫਿਰ ਇੱਕ ਦੂਸਰੇ ਦਾ ਹੱਥ ਫੜੋਗੇ। ਬੀਜੇਪੀ ਦਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਔਰ ਵਰਕਰ ਇਸੇ ਡਰੋਂ ਛੱਡ ਕੇ ਜਾ ਰਹੇ ਨੇ, ਪਰ ਬੀਜੇਪੀ ਦੇ ਸੀਨੀਅਰ ਆਗੂ ਦਾਅਵਾ ਕਰ ਰਹੇ ਨੇ 117 ਸੀਟਾਂ ਤੇ ਚੋਣ ਲੜਨ ਦਾ ਤੇ ਸਰਕਾਰ ਬਣਾਉਣ ਦਾ। ਮਦਨ ਮੋਹਨ ਮਿੱਤਲ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬੀਜੇਪੀ ਦੇ ਸੀਨੀਅਰ ਆਗੂ ਨੇ। ਮਿੱਤਲ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ? ਕੌਨਫੀਡੈਂਸ ਚਿਹਰਿਆਂ ਤੇ ਨਜ਼ਰ ਨਹੀਂ ਆਉਂਦਾ, ਪਰ ਗੱਲਾਂ ਦੇ ਵਿੱਚ ਕਹਿ ਜਾਂਦੇ ਕਿ 117 ਸੀਟਾਂ ਤੇ ਚੋਣ ਲੜਨਾ ਔਰ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਹੋ। 117 ਸੀਟਾਂ ਤੇ ਚੋਣ ਵੀ ਲੜਾਂਗੇ ਔਰ ਜਿੱਤ ਕੇ ਸਰਕਾਰ ਵੀ ਬਣਾਵਾਂਗੇ। ਕਿਉਂਕਿ ਜਿਹੜੇ ਦਾਅਵੇ ਜ਼ਿਆਦਾ ਕਰ ਰਹੇ ਹਨ ਨਾ, ਅਸੀਂ ਦਾਅਵੇ ਨਹੀਂ ਕਰਦੇ, ਅਸੀਂ ਵਾਸਤਵਿਕਤਾ ਬੋਲਦੇ, ਰਿਐਲਿਟੀ ਬੋਲਦੇ। ਸਾਡੀਆਂ ਨੀਤੀਆਂ ਜੋ ਮੋਦੀ ਸਾਹਿਬ ਨੇ ਸੇਵਾ ਕੀਤੀ ਹੈ, ਜੋ ਮੋਦੀ ਸਾਹਿਬ ਦੀਆਂ ਨੀਤੀਆਂ ਭਾਵੇਂ ਦੇਸ਼ ਦੇ ਬਾਰੇ 'ਚ ਹੈ, ਚਾਹੇ ਪੰਜਾਬ ਦੇ ਬਾਰੇ, ਚਾਹੇ ਵਿਦੇਸ਼ ਦੇ ਬਾਰੇ 'ਚ, ਉਹ ਸਾਰੀਆਂ ਇਨਸਾਨੀਅਤ ਨਾਲ ਸੰਬੰਧਿਤ ਹੈ। ਔਰ ਸਾਡੀ ਨੀਤੀ ਕਿਸਾਨਾਂ ਦੇ ਖਿਲਾਫ ਨਹੀਂ, ਪਰ ਕਿਸਾਨਾਂ ਨੂੰ ਅੰਦਰ ਹਲੇ ਸਭ ਨੇ ਭੜਕਾਇਆ ਵਾ ਸਾਡੇ ਖਿਲਾਫ। ਹੋ ਜਾਣਗੇ ਠੀਕ। ਭੜਕਾਇਆ ਹੋਇਆ ਤਾਂ ਭੜਕੇ ਹੋਏ ਤਾਂ ਇੰਨਾ ਟਾਈਮ ਰਹਿੰਦੇ ਨਹੀਂ ਹੁੰਦੇ, ਤਾਂ ਤੁਸੀਂ ਸਮਝਾ ਨਹੀਂ ਪਾ ਰਹੇ, ਫਿਰ ਕਨਵਿੰਸ ਨਹੀਂ ਕਰ ਪਾ ਰਹੇ। ਭੜਕੇ ਗਿਆ ਹਲੇ, ਭੜਕੇ ਗਿਆ। ਉਹਨਾਂ ਨੂੰ ਜਿਹੜੀਆਂ 14 ਪਾਰਟੀਆਂ ਨਾ, ਉਹ ਦਿਖਾਈ ਜਾਂਦੀ ਵੀ ਤੁਹਾਡੇ ਨਾਲ ਹੈ। ਹੁਣ ਉਹ 14 ਪਾਰਟੀਆਂ 'ਚ ਪਹਿਲੇ ਉਹਨਾਂ ਦਾ ਵਜਨ ਤਾਂ ਦੇਖੋ ਕਿਆ ਹੈ। ਉਹ ਸਾਰੇ ਉਹ ਪਾਰਟੀਆਂ ਜਿਹੜੀਆਂ ਮੋਦੀ ਤੇ ਮਾਰ ਖਾਈ ਬੈਠੀਆਂ। ਉਹ ਮੋਦੀ ਨੂੰ ਕਿਵੇਂ ਢਾਈਏ, ਇਸ ਗੱਲ ਵਾਸਤੇ ਜਿਹਦੀ ਮਰਜ਼ੀ ਬਾਂਹ ਪੜਾ ਦਿਓ ਉਹਨਾਂ ਨੂੰ, ਉਹ ਪੜਨ ਨੂੰ ਤਿਆਰ ਹੈ। ਉਹਨਾਂ ਨੂੰ ਗਲਤਫਹਿਮੀ ਹੋਈ ਵੀ ਹੈ ਵੀ ਸ਼ਾਇਦ ਅਸੀਂ ਮੋਦੀ ਸਾਹਿਬ ਨੂੰ ਅਗਲੀ ਚੋਣ 'ਚ ਆ ਕੇ ਖਤਮ ਕਰ ਦਾਂਗੇ। ਮੋਦੀ ਸਾਹਿਬ ਨੇ ਉਹਨੂੰ ਖਤਮ ਹੋਣ ਦਾ ਪੂਰਾ ਰਾਜ ਚਲਾਊਗਾ ਔਰ ਹਿੰਦੁਸਤਾਨ ਨੂੰ ਇੱਕ ਵਾਰ ਵਿਸ਼ਵ ਗੁਰੂ ਸਿੰਘਾਸਨ ਤੇ ਬਿਠਾਊਗਾ। ਪਰ ਇੰਨੇ ਭਾਰੀ ਵਿਰੋਧ ਦੇ ਵਿੱਚ ਫਿਰ ਗੱਲ ਉੱਥੇ ਹੀ ਆ ਜਾਂਦੀ ਹੈ, ਮੋੜ ਘਿੜ ਕੇ। ਇੰਨੇ ਭਾਰੀ ਵਿਰੋਧ ਦੇ ਵਿੱਚ ਵੀ ਦਾਅਵਾ ਕਿੱਦਾਂ ਕਰ ਰਹੇ ਹੋ ਤੁਸੀਂ, ਜਾਂ ਗਰਾਊਂਡ ਤੇ ਜਾ ਕੇ ਦੇਖਦੇ ਨਹੀਂਗੇ ਚੀਜ਼ਾਂ? ਜਦੋਂ ਗਰਾਊਂਡ ਰਿਐਲਿਟੀ ਸਾਹਮਣੇ ਆਏਗੀ ਸਭ ਲੱਗ ਜਾਣਗੇ। ਕਿਸ ਤਰ੍ਹਾਂ ਪਿੰਡਾਂ ਦੇ ਵਿੱਚ ਪ੍ਰਚਾਰ ਪ੍ਰਸਾਰ ਨੂੰ ਲੈ ਕੇ ਕੀ ਪਲੈਨਿੰਗ ਕੀਤੀ ਫਿਰ? ਪ੍ਰਚਾਰ ਜਦੋਂ ਵਿਰੋਧ ਦਾ ਹੁੰਦਾ ਸਾਨੂੰ ਪਤਾ ਵੀ ਸਾਡੇ ਖਿਲਾਫ ਪ੍ਰਚਾਰ ਹੋ ਰਿਹਾ, ਜ਼ਹਿਰ ਉਗਲੀ ਜਾ ਰਹੀ ਹੈ। ਪ੍ਰਚਾਰ ਨਹੀਂ, ਜ਼ਹਿਰ ਉਗਲੀ ਜਾ ਰਹੀ ਹੈ। ਪਰ ਉਸ ਦੇ ਬਾਵਜੂਦ ਵੀ ਜ਼ਹਿਰ ਵੀ ਅੰਮ੍ਰਿਤ ਬਣਦਾ, ਜ਼ਹਿਰ ਵੀ ਅੰਮ੍ਰਿਤ ਬਣਦਾ। ਸਾਨੂੰ ਆਪਣੇ ਤੇ ਭਰੋਸਾ ਕਿ ਅਸੀਂ ਜੋ ਕਾਰਵਾਈ ਕਰ ਰਹੇ, ਜੋ ਅਸੀਂ ਨੀਤੀਆਂ ਬਣਾ ਰਹੇ ਹਾਂ, ਉਹ ਲੋਕਾਂ ਦੇ ਪੱਖੀ ਨੀਤੀਆਂ। ਔਰ ਪਹਿਲੀ ਵਾਰ ਉਹ ਨੀਤੀਆਂ ਬਣੀਆਂ ਜਿਹੜੀਆਂ ਪਹਿਲੇ ਕਿਸੇ ਨੇ ਨਹੀਂ ਬਣਾਈਆਂ। ਉਹ ਸਾਰੀਆਂ ਨੀਤੀਆਂ ਦਾ ਪ੍ਰਭਾਵ ਆਏਗਾ। ਕਹਿੰਦੇ ਵਿਰੋਧੀ ਪਾਰਟੀਆਂ ਤਾਂ ਮਿੱਤਲ ਸਾਹਿਬ ਇਹ ਗੱਲ ਕਹਿੰਦੀਆਂ ਨੇ ਕਿ 117 ਸੀਟਾਂ ਤੇ ਚੋਣ ਲੜਨ ਲਈ ਇਹਨਾਂ ਨੂੰ ਕੈਂਡੀਡੇਟ ਹੀ ਨਹੀਂ ਮਿਲਣੇ। ਇਵਨ ਅਨਿਲ ਜੋਸ਼ੀ, ਬੜੇ ਪੁਰਾਣੇ ਤੁਹਾਡੇ ਸਾਥੀ, 2 ਵਾਰ ਐਮਐਲਏ ਰਹੇ, ਮੰਤਰੀ ਰਹੇ ਸਰਕਾਰ ਦੇ ਵਿੱਚ, ਉਹ ਛੱਡ ਕੇ ਚਲੇ ਗਏ ਸਾਥ। ਕੱਲ ਅਕਾਲੀ ਦਲ ਦੇ ਬਣ ਗਏ ਨੇ ਅਨਿਲ ਜੋਸ਼ੀ। ਜਿਹੜੇ ਸਾਨੂੰ ਕਹਿੰਦੇ ਵੀ ਇਹਨਾਂ ਨੂੰ ਕੈਂਡੀਡੇਟ ਨਹੀਂ ਨਾ ਮਿਲਣੇ, ਹੁਣ ਤੇ ਅਸੀਂ ਕੈਂਡੀਡੇਟ ਨਹੀਂ ਮੰਗਣ ਜਾਵਾਂਗੇ। ਕੈਂਡੀਡੇਟ ਸਾਡੇ ਕੋਲ ਆਪ ਆਉਣਗੇ। ਦੂਸਰੀ ਗੱਲ, ਜੋਸ਼ੀ ਛੱਡ ਗਏ, ਠੀਕ ਹੈ, ਜੋਸ਼ੀ ਨੂੰ ਨਹੀਂ ਬਾਲ ਆ ਰਹੀ ਥੀ ਗੱਲ। ਜੋਸ਼ੀ ਸੋਚਦਾ ਵੀ ਮੈਂ ਲੀਡਰ ਬਣਨਾ, ਜੋਸ਼ੀ ਸੋਚਦਾ ਮੈਂ ਮੰਤਰੀ ਬਣਨਾ। ਉਹਨੂੰ ਲੱਗਦਾ ਵੀ ਸ਼ਾਇਦ ਬੀਜੇਪੀ ਹੁਣ ਢਹਿੰਦੀਆਂ ਕਲਾਂ 'ਚ। ਬੀਜੇਪੀ ਢਹਿੰਦੀਆਂ ਕਲਾਂ 'ਚ ਨਹੀਂ ਹੈ। ਪਾਰਟੀ ਤੇ ਬੜੇ ਸੰਕਟ ਆਏ ਆ, ਐਮਰਜੈਂਸੀ ਆਈ ਹੈ, ਆਤੰਕਵਾਦ ਦਾ ਪੀਰੀਅਡ ਦੇਖਿਆ, ਤੇ ਉਦੋਂ ਵੀ ਲੋਕ ਨਹੀਂ ਘਬਰਾਏ, ਚੁਣਾਵ ਲੜੇ, ਡਟ ਕੇ ਲੜੇ, ਹੁਣ ਵੀ ਲੜਾਂਗੇ। ਕੋਈ ਇੱਕ ਗੱਲ ਨਹੀਂ, ਲੋਕ ਸਮਝ ਜਾਣਗੇ। ਕਈ ਵਾਰ ਜਲਦੀ ਸਮਝ ਨਹੀਂ ਆਉਂਦਾ, ਹੌਲੀ ਹੌਲੀ ਰਗੜ ਕੇ ਸਮਝ ਆਉਂਦਾ।
ਕਿਹਾ ਜਾਂਦਾ ਹੈ ਕਿ ਪੋਲਰਾਈਜੇਸ਼ਨ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ, ਔਰ ਬੀਜੇਪੀ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਔਰ ਹਿੰਦੂ ਵਰਸਸ ਸਿੱਖ ਬਣਾਉਣ ਦੀ ਕੋਸ਼ਿਸ਼ ਹੈ। ਇਹ ਵਿਰੋਧੀ ਪਾਰਟੀਆਂ ਦੇ ਜਿਹੜੇ ਆਗੂ ਇਹ ਦੋਸ਼ ਕਿਉਂ ਲਾਉਂਦੇ ਨੇ ਫਿਰ? ਤੁਸੀਂ ਪ੍ਰਸ਼ਨ ਉਠਾ ਰਹੇ ਹੋ ਨਾ, ਇਹ ਉਹਨਾਂ ਲੋਕਾਂ ਦਾ ਨਜ਼ਰੀਆ ਹੈ ਜਿਹੜੇ ਬੀਜੇਪੀ ਦੇ ਵਿਰੋਧੀ ਹੈ। ਨਾ ਅਸੀਂ ਪੋਲਰਾਈਜੇਸ਼ਨ ਕਰਦੇ ਹਾਂ, ਨਾ ਸਾਡੀ ਹਿੰਦੂ ਔਰ ਸਿੱਖ ਨੂੰ ਲੜਾਉਣ ਵਾਲੀ ਰਾਜਨੀਤੀ ਹੈ। ਇੰਨੇ ਸਾਲ ਸਾਨੂੰ ਰਾਜ ਕਰਦੇ ਹੋ ਗਏ, ਕੋਈ ਸਿੱਖ ਇਹ ਨਹੀਂ ਕਹਿ ਸਕਦਾ ਵੀ ਅਸੀਂ ਉਹਨਾਂ ਦੇ ਨਾਲ ਵਿਤਕਰਾ ਕਰਦੇ ਹਾਂ ਜਾਂ ਅਸੀਂ ਸਿੱਖਾਂ ਦੇ ਖਿਲਾਫ ਲੋਕਾਂ ਨੂੰ ਇਕੱਠੇ ਕਰਕੇ ਕੋਈ ਫੌਜ ਖੜੀ ਕਰ ਰਹੇ ਹਾਂ। ਐਸਾ ਨਹੀਂ ਹੈ। ਸਾਡੇ ਸਿੱਖ ਵੀ ਹੈ, ਸਾਡੇ ਹਿੰਦੂ ਵੀ ਹੈ, ਔਰ ਜਿਹੜੀਆਂ ਸੀਟਾਂ ਅਸੀਂ ਨਹੀਂ ਲੜਦੇ ਉਹਨਾਂ ਵਾਸਤੇ ਸਾਨੂੰ ਸਿੱਖ ਵੀ ਅਪਰੋਚ ਕਰ ਰਹੇ ਵੀ ਸਾਨੂੰ ਟਿਕਟ ਦਿਓ, ਅਸੀਂ ਲੜਾਂਗੇ। ਕੋਈ ਸਿੱਖ ਕਿਸੇ ਪਾਰਟੀ ਦੀ ਮੁਨਾਪਲੀ ਨਹੀਂ ਹੈ, ਹਿੰਦੂ ਵੀ ਕਿਸੇ ਪਾਰਟੀ ਦੀ ਮੁਨਾਪਲੀ ਨਹੀਂ। ਅਗਰ ਜਿਹੜੇ ਸੂਬਿਆਂ 'ਚੋਂ ਅਸੀਂ 303 ਸੀਟਾਂ ਜਿੱਤ ਕੇ ਆਏ ਹਾਂ ਉਹ ਸਾਰੀਆਂ ਕੋਈ ਹਿੰਦੂ ਡੋਮੀਨੇਟਡ ਸੀਟ ਹਲਕੇ ਹੈ। ਸੋ ਜਾਤੀਵਾਦ ਤੇ ਕਦੇ ਵੀ ਕੋਈ ਪਾਰਟੀ ਅੱਗੇ ਨਹੀਂ ਵੱਧਦੀ ਔਰ ਨਾ ਉਹ ਆਪਣੀ ਸਰਕਾਰ ਪੂਰੀ ਬਣਾ ਸਕਦੀ ਹੈ। ਆਹ ਹੁਣ ਮਹਾਰਾਸ਼ਟਰ ਵਾਲੇ ਜਿਹੜੇ ਸ਼ਿਵ ਸੈਨਾ ਵਾਲੇ ਆ ਉਹ ਤਾਂ ਪਿਓਰ ਹਿੰਦੂਵਾਦ ਦੀ ਗੱਲ ਕਰਦੇ ਆ ਤੇ ਮਹਾਰਾਸ਼ਟਰ ਦੇ ਬਾਹਰ ਨਹੀਂ ਆ ਸਕੇ। ਸੋ ਇਸ ਕਰਕੇ ਐਸਾ ਨਹੀਂ ਹੁੰਦਾ, ਜਾਤੀਵਾਦ ਤੇ ਨਹੀਂ ਚੱਲਦਾ। ਹਾਂ, ਜਾਤੀਵਾਦ ਤੇ ਕੁਝ ਪਾਰਟੀਆਂ ਹੈ ਜਿਹੜੀਆਂ ਜਾਤੀਵਾਦ ਦੀ ਗੱਲ ਕਰਦੀਆਂ, ਜਿਵੇਂ ਅਕਾਲੀ ਦਲ ਹੈ। ਅਕਾਲੀ ਦਲ ਕਹਿੰਦੇ ਵੀ ਤਾਂ ਸਿੱਖਾਂ ਦੀ ਪਾਰਟੀ ਹੈ, ਪਰ ਉਹ ਹੁਣ ਹਿੰਦੂ ਕਿਉਂ ਢੂੰਡਦੇ ਫਿਰਦੇ ਆ? ਹੁਣ ਉਹ ਜਿੱਤੇ ਜਿੱਤੇ ਅਸੀਂ ਲੜਦੇ ਸੀ ਉੱਥੇ ਕੋਸ਼ਿਸ਼ ਕਰ ਰਹੇ ਵੀ ਹਿੰਦੂਆਂ ਨੂੰ ਅਸੀਂ ਖੜੇ ਕਰੀਏ। ਕੁਛ ਨਹੀਂ ਹੋਣਾ। ਤੁਸੀਂ ਉਹਨਾਂ ਨੂੰ ਤਾਂ ਕੈਂਡੀਡੇਟ ਵੀ ਐਲਾਨ ਦਿੱਤਾ ਉਹਨਾਂ ਨੇ। ਹਾਂ, ਲਾਲ ਦਿਨ ਤਾਂ ਕੀ ਫਰਕ ਪੈਂਦਾ? ਬੀਜੇਪੀ ਵਾਲੇ ਤਾਂ ਨਹੀਂ ਗਏ ਨਾ ਉਹਨਾਂ ਨਾਲ। ਉਹ ਅਕਾਲੀ ਦਲ ਨੇ ਕੈਂਡੀਡੇਟ, ਅਕਾਲੀ ਦਲ ਜੁਆਇਨ ਕਰਕੇ ਅਕਾਲੀ ਦਲ ਨੇ ਕੈਂਡੀਡੇਟ ਐਲਾਨ ਕਰਤਾ, ਪਰ ਕਿਹੜਾ ਬੀਜੇਪੀ ਦਾ ਲੀਡਰ ਗਿਆ ਉਹਦੇ ਨਾਲ? ਕੋਈ ਵੀ ਨਹੀਂ। ਮਿੱਤਲ ਸਾਹਿਬ, ਕਦੇ ਅਕਾਲੀ ਦਲ ਦੇ ਨਾਲ ਲੱਗਦਾ ਹੈ ਕਿ ਪੁਰਾਣੇ ਵਾਲਾ ਜਿਹੜਾ ਰਿਸ਼ਤਾ ਸੀਗਾ ਦੁਬਾਰਾ ਪਿਆਰ ਜਾਗ ਜੂਗਾ ਔਰ ਫਿਰ ਇੱਕ ਦੂਸਰੇ ਦਾ ਹੱਥ ਫੜੋਗੇ? ਕੋਈ ਲੱਗਦਾ ਤੁਹਾਨੂੰ? ਕੋਈ ਇਦਾਂ ਦੀ ਹਾਲੇ ਰਾਜਨੀਤੀ ਆਈ ਤਾਂ ਹੈ ਨਹੀਂ ਨਾ, ਕੋਈ ਸਟੇਜ ਆਈ ਹੈ ਜਿੱਥੇ ਕਿ ਇਦਾਂ ਦੀ ਗੱਲ ਸੋਚੀ ਜਾ ਸਕੇ। ਆਉਣ ਵਾਲੇ ਦਿਨਾਂ 'ਚ ਕਦੇ ਸਿਚੁਏਸ਼ਨ ਬਣਦੀ ਵੀ ਨਜ਼ਰ ਨਹੀਂ ਆ ਰਹੀ ਤੁਹਾਨੂੰ? ਨਹੀਂ, ਐਸਾ ਨਹੀਂ ਹੋਏਗਾ। ਅਸੀਂ ਇਕੱਲੇ ਆਪਣੇ ਬਲਬੂਤੇ ਤੇ ਸਰਕਾਰ ਬਣਾਵਾਂਗੇ। ਸਾਨੂੰ ਪੂਰਾ ਭਰੋਸਾ, ਆਪਣੀ ਪਾਰਟੀ ਤੇ ਭਰੋਸਾ ਹੈ, ਆਪਣੀ ਪਾਰਟੀ ਦੇ ਕੰਮ ਤੇ ਭਰੋਸਾ ਹੈ। ਅੱਜ ਦੀ ਮੀਟਿੰਗ 'ਚ ਵੀ ਅਸੀਂ ਕੰਮ ਵੰਡਿਆ ਅੱਗੇ ਵਾਸਤੇ। ਸਵਾਲ ਮਿੱਤਲ ਸਾਹਿਬ ਇਹੀ ਉੱਠ ਕੇ ਆਉਂਦਾ ਕਿ ਇਹੋ ਜੀ ਕਿਹੜੀ ਗਿੱਦੜ ਸਿੰਘੀ ਹੈ ਤੁਹਾਡੇ ਕੋਲੇ ਜਿਹੜੀ ਤੁਹਾਨੂੰ ਇਹ ਸੁਪਨਾ ਦਿਖਾ ਰਹੀ ਹੈ ਕਿ ਸਰਕਾਰ ਅਸੀਂ ਬਣਾਉਣੀ ਹੈ? 303 ਸੀਟਾਂ ਜਿੱਤ ਗਏ ਗਿੱਦੜ ਸਿੰਘੀ ਨਾਲ ਹੀ ਆਈਆਂ। ਇਹ ਮੋਦੀ ਸਾਹਿਬ ਦੀ ਪਰਸਨੈਲਿਟੀ ਨੂੰ ਵੋਟਾਂ ਪਈਆਂ। ਪੰਜਾਬ 'ਚ ਤਾਂ ਇਹ ਮੰਨਣਾ ਪਊਗਾ ਤੁਹਾਨੂੰ, ਕਿਉਂਕਿ ਇਹ ਤਾਂ ਹੈ ਨਹੀਂ ਵੀ ਤੁਸੀਂ ਗਰਾਊਂਡ ਤੋਂ ਪਾਸੇ ਤਾਂ ਰਹਿੰਦੇ ਨਹੀਂ, ਤੁਸੀਂ ਤੁਹਾਡੇ ਕੋਲੇ ਵੀ ਫੀਡਬੈਕ ਆਉਂਦਾ ਹੋਣਾ, ਬੜੇ ਸੀਨੀਅਰ ਆਗੂ ਹੋ ਤੁਸੀਂ ਬੀਜੇਪੀ ਦੇ। ਹੋਏਗਾ, ਇੱਥੇ ਵੀ ਇਹੀ ਹੋਏਗਾ। ਯੂ ਵਿਲ ਸੀ ਦਿਸ ਰਿਜ਼ਲਟ। ਹਰਿਆਣੇ ਕੋਈ ਸੋਚਦਾ ਤਾਂ ਵੀ ਸਾਡੀ ਸਰਕਾਰ ਬਣ ਜੂਗੀ। ਹਿਮਾਚਲ ਦੇਖੋ ਕਾਂਗਰਸ ਕਿੰਨੀ ਗੜ ਕੇ ਬੈਠੀ ਸੀ, ਉੱਥੇ ਬੰਦ ਹੀ ਨਹੀਂ ਬੰਦੇ, ਬਣ ਜਾਏਗੀ, ਕੋਈ ਦਿੱਕਤ ਨਹੀਂ। ਇੱਕ ਚੀਜ਼ ਕਹੀ ਜਾਂਦੀ ਹੈ ਮਿੱਤਲ ਸਾਹਿਬ ਕਿ ਜਦੋਂ ਪਿਛਲੀ ਵਾਰ ਆਪਾਂ ਗੱਲਬਾਤ ਕੀਤੀ ਸੀ ਉਦੋਂ ਵੀ ਇਸ ਚੀਜ਼ ਤੇ ਚਰਚਾ ਹੋਈ ਸੀ ਕਿ ਕਿਸਾਨ ਅੰਦੋਲਨ ਦਾ ਕੋਈ ਨਾ ਕੋਈ ਹੱਲ ਨਿਕਲਦਾ ਹੋਇਆ ਨਜ਼ਰ ਆਊਗਾ, ਪਰ ਕੀ ਨਿਕਲਦਾ ਨਿਚੋੜ ਨਜ਼ਰ ਆ ਰਿਹਾ ਕੁਝ? ਨਿਕਲਿਆ ਹੈਗਾ, ਕਿਉਂਕਿ ਹਾਲੇ ਤੱਕ ਉਹਨਾਂ ਨੇ ਜ਼ਿੱਦ ਫੜੀ ਵੀ ਹੈ ਜੀ ਪਹਿਲੇ ਕਾਨੂੰਨ ਵਾਪਰ ਲਓ ਤਾਂ ਅਸੀਂ ਮੀਟਿੰਗ 'ਚ ਬੈਠਣਾ। ਕਦੇ ਇਸ ਤਰ੍ਹਾਂ ਦੀ ਜ਼ਿੱਦ ਨਾਲ ਫੈਸਲੇ ਥੋੜੇ ਹੁੰਦੇ। ਇਹ ਵੀ ਤੁਹਾਨੂੰ ਮੰਨਣਾ ਪਊ ਕਿ ਜੇ ਪੰਜਾਬ ਦਾ ਨੁਕਸਾਨ ਹੋ ਰਿਹਾ ਤਾਂ ਫਿਰ ਨੁਕਸਾਨ ਬੀਜੇਪੀ ਦਾ ਵੀ ਵੱਡੇ ਪੱਧਰ ਤੇ ਹੋਇਆ ਕਿਸਾਨ ਅੰਦੋਲਨ ਦੇ ਨਾਲ। ਨਹੀਂ, ਪੰਜਾਬ ਦਾ ਨੁਕਸਾਨ ਅਸੀਂ ਮੇਕਅਪ ਕਰਾਂਗੇ ਜ਼ਰੂਰ। ਜੋ ਕੁਝ ਹੁਣ ਪੰਜਾਬ 'ਚ ਹੋ ਰਿਹਾ ਹੈ ਉਹ ਅੱਛਾ ਵਾਤਾਵਰਨ ਨਹੀਂ ਬਣ ਰਿਹਾ। ਉਹਦੇ ਕਾਂਗਰਸ ਦੀ ਵੀ ਚਾਲ ਹੈ, ਉਹ 'ਚ ਆਪ ਵੀ ਦੋਸ਼ੀ ਹੈ। ਉਹ ਸੋਚਦੇ ਵੀ ਬੀਜੇਪੀ ਵਾਲਿਆਂ ਦੇ ਖੈਰ ਮੁਜ਼ਾਹਰੇ ਕਰਕੇ ਸ਼ਾਇਦ ਅਸੀਂ ਇਲੈਕਸ਼ਨ ਜਿੱਤ ਜਾਵਾਂਗੇ, ਨਹੀਂ ਜਿੱਤੇ। ਇਹ ਜਿਹੜੇ ਸਾਡੇ ਖਿਲਾਫ ਧਰਨੇ ਲੱਗਦੇ ਉਹਦੇ ਮਾ ਅਕਾਲੀ ਪਾਰਟੀ ਦੇ ਵਰਕਰ ਵੀ ਆਉਂਦੇ ਆ, ਆਪ ਦੇ ਵੀ ਆਉਂਦੇ ਆ, ਕਾਂਗਰਸ ਦੇ ਵੀ ਆਉਂਦੇ ਆ, ਬਾਕੀ ਜਿਹੜਾ ਦੂਜਾ ਐਲੀਮੈਂਟ ਹੈ ਉਹ ਵੀ ਆਉਂਦਾ। ਸੋ ਸੋਚਦੇ ਵੀ ਜੇ ਸਾਡੇ ਖਿਲਾਫ ਲੜਨਾ ਤਾਂ ਸੋਚਦੇ ਵੀ ਇਹਨਾਂ ਨੂੰ ਟਾਲੋ। ਜਦ ਉਹਨਾਂ ਨੇ ਆਪਣੀ ਲੜਾਈ ਆਣੀ ਸਭ ਨੇ ਸਿੱਧੇ ਹੋ ਜਾਣੇ, ਆਪਣੇ ਆਪਣੇ ਰਸਤੇ ਚੱਲ ਪੈਣਾ। ਸੋ ਮਦਨ ਮੋਹਨ ਮਿੱਤਲ ਸਾਹਿਬ ਸਾਡੇ ਨਾਲ ਮੌਜੂਦ ਸਨ। ਮਦਨ ਮੋਹਨ ਮਿੱਤਲ ਹੁਣੀ ਵੀ ਪੂਰੇ ਕੌਨਫੀਡੈਂਸ ਦੇ ਵਿੱਚ ਨਜ਼ਰ ਆ ਰਹੇ ਨੇ, ਕਹਿ ਰਹੇ ਨੇ ਕਿ 117 ਸੀਟਾਂ ਤੇ ਅਸੀਂ ਇਲੈਕਸ਼ਨ ਵੀ ਲੜਨਾ ਹੈ, ਸਰਕਾਰ ਵੀ ਬਣਨ ਜਾ ਰਹੀ ਹੈ 2022 ਚ ਬੀਜੇਪੀ ਦੀ। ਇਹ ਠੂਕ ਵਜਾ ਕੇ ਦਾਅਵਾ ਬੀਜੇਪੀ ਦੇ ਆਗੂਆਂ ਵੱਲੋਂ ਕੀਤਾ ਜਾ ਰਿਹਾ ਔਰ ਨਾਲ ਹੀ ਇਹ ਗੱਲ ਕਹੀ ਜਾ ਰਹੀ ਹੈ ਕਿ
ਕਿਸਾਨ ਅੰਦੋਲਨ ਨੂੰ ਲੈ ਕੇ ਅਸੀਂ ਚਰਚਾ ਕਰਨੀ ਚਾਹ ਰਹੇ ਸੀਗੇ, ਪਰ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਕਿਸਾਨ ਆਗੂ ਨੇ ਉਹ ਗੱਲਬਾਤ ਕਰਨਾ ਨਹੀਂ ਚਾਹੁੰਦੇ, ਇਹ ਗੱਲ ਬੀਜੇਪੀ ਆਗੂ ਵੱਲੋਂ ਕਹੀ ਜਾ ਰਹੀ ਹੈ। ਪਰ ਪਿਛਲੇ ਦਿਨੀ ਅਨਿਲ ਜੋਸ਼ੀ ਹੁਣੀ ਵੀ ਛੱਡ ਕੇ ਚਲੇ ਗਏ ਬੀਜੇਪੀ ਦਾ ਸਾਥ, ਔਰ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ। ਔਰ ਦੂਸਰੇ ਬੰਨੇ ਬੀਜੇਪੀ ਇਹਨਾਂ ਤਮਾਮ ਚੀਜ਼ਾਂ ਤੋਂ ਬਾਅਦ, ਇਹਨਾਂ ਤਮਾਮ ਘਟਨਾਵਾਂ ਦੇ ਬਾਵਜੂਦ ਵੀ ਇਹ ਬੀਜੇਪੀ ਦੇ ਆਗੂਆਂ ਵੱਲੋਂ ਠੋਕ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ 2022 ਦੇ ਵਿੱਚ ਉਹ ਆਪਣੇ ਦਮ ਤੇ ਸਰਕਾਰ ਬਣਾਉਣ ਜਾ ਰਹੇ ਨੇ। ਕੈਮਰਾਮੈਨ ਮਨਪ੍ਰੀਤ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।